Hello, dear student. Today I will discuss the new topic in unit motion and plane. It is also an important topic as we earlier discussed a topic like vector additions, for example, triangle law of vector addition, parallelogram of vector addition. ਉਹਨਾਂ ਦੀ ਹੀ ਕੈਟਾਗਰੀਜ਼ ਦੇ ਵਿੱਚ ਇਹ ਟੌਪਿਕ ਆ ਜਾਂਦਾ ਹੈ। ਸੋ ਇਹ 5 ਨੰਬਰ ਦਾ ਕੁਐਸਚਨ ਬਣ ਜਾਂਦਾ ਇਹਦੇ ਵਿੱਚੋਂ 5 ਮਾਰਕਸ ਕੁਐਸਚਨ ਉਨਾ ਹੀ ਇੰਪੋਰਟੈਂਟ ਆ। ਡੈਰੀਵੇਸ਼ਨ ਵੀ ਇੰਪੋਰਟੈਂਟ ਹੈ ਇਹਦੀ ਤੇ ਇਹਨਾਂ ਦੇ ਨੂਮੈਰੀਕਲ ਵੀ ਇੰਪੋਰਟੈਂਟ ਨੇ। ਸੋ ਪਹਿਲਾਂ ਹੁੰਦਾ ਕੀ ਆ ਪ੍ਰੋਜੈਕਟਾਈਲ। ਪ੍ਰੋਜੈਕਟਾਈਲ ਦਾ ਮਤਲਬ ਕੀ ਆ, ਜਦੋਂ ਆਪਾਂ ਕਿਸੇ ਵੀ ਆਬਜੈਕਟ ਨੂੰ ਹਵਾ ਦੇ ਵਿੱਚ ਜਾਂ ਕਹ ਲਓ ਸਪੇਸ ਦੇ ਵਿੱਚ ਪ੍ਰੋਜੈਕਟ ਛੱਡਦੇ ਆ ਤਾਂ ਜਿਹੜਾ ਉਹ ਮੂਵ ਕਰਦਾ ਹੁੰਦਾ ਹੈ ਸਿਰਫ ਅੰਡਰ ਦਾ ਇਫੈਕਟ ਆਫ ਗ੍ਰੈਵਿਟੀ, ਉਸ ਆਬਜੈਕਟ ਨੂੰ ਆਪਾਂ ਕਹਿੰਦੇ ਆ ਪ੍ਰੋਜੈਕਟਾਈਲ। ਫਾਰ ਐਗਜ਼ਾਮਪਲ ਆਪਾਂ ਕੀ ਕਰਾਂਗੇ ਇਹਦੇ ਵਿੱਚ, ਜਿਵੇਂ ਕੋਈ ਗਨ ਫਾਇਰ ਕਰਨੀ ਹੈ ਨਾ, ਜਿਹੜੀ ਬੁਲਟ ਜਿਹੜੀ ਫਾਇਰ ਹੁੰਦੀ ਗਨ ਦੇ ਵਿੱਚੋਂ, ਉਹ ਕੀ ਇੱਕ ਪ੍ਰੋਜੈਕਟਾਈਲ ਦਾ ਕੰਮ ਕਰਦੀ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਜਿਹੜੇ ਪਲੇਨ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਬੰਬ ਹੁੰਦੇ ਆ, ਨਿਊਕਲੀਅਰ ਬੰਬਸ, ਉਹ ਵੀ ਜਦੋਂ ਫਾਇਰ ਕੀਤੇ ਜਾਂਦੇ ਆ ਦੇ ਆਲਸੋ ਐਕਟ ਐਜ਼ ਆ ਪ੍ਰੋਜੈਕਟਾਈਲ। ਹੋਰ ਐਗਜ਼ਾਮਪਲਾਂ ਜਿਵੇਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ, ਜਿਵੇਂ ਜੈਵਲਿਨ ਥਰੋ ਦੇਖੀ ਹੋਣੀ ਆ ਜਾਂ ਹੈਮਰ ਥਰੋ ਦੇਖੀ ਹੋਣੀ ਆ ਐਥਲੀਟ ਦੁਆਰਾ। ਉਹ ਜਿਹੜਾ ਥਰੋ ਸੁੱਟਦੇ ਆ ਇਹਦੇ ਵਿੱਚ, ਉਹਦਾ ਜਿਹੜਾ ਮੋਸ਼ਨ ਹੁੰਦਾ ਹੈ ਉਹ ਸਿਰਫ ਅੰਡਰ ਦਾ ਇਫੈਕਟ ਆਫ ਗ੍ਰੈਵਿਟੀ ਹੁੰਦਾ, ਤੇ ਜਦੋਂ ਮੂਵ ਕਰ ਰਿਹਾ ਹੁੰਦਾ ਤਾਂ ਇੱਕ ਤਰ੍ਹਾਂ ਦਾ ਉਹ ਪ੍ਰੋਜੈਕਟਾਈਲ ਹੁੰਦਾ। ਹੋਰ ਇਹਦੇ ਵਿੱਚ ਆਪਾਂ ਐਗਜ਼ਾਮਪਲ ਦੇ ਸਕਦੇ, ਜਿਵੇਂ ਕੋਈ ਆਪਾਂ ਨੇ ਸਟੋਨ ਲਿਆ, ਉਹਨੂੰ ਕਿਸੇ ਟਾਵਰ ਦੇ ਹਨਾ ਜਾਂ ਕਿਸੇ ਹਿਲ ਦੇ ਉੱਪਰੋਂ ਆਪਾਂ ਨੇ ਡ੍ਰੌਪ ਕਰਨਾ, ਥਰੋ ਕਰਨਾ। ਸੋ ਆਲ ਦੀਜ਼ ਆਰ ਐਗਜ਼ਾਮਪਲ ਆਫ ਪ੍ਰੋਜੈਕਟਾਈਲ। ਹੁਣ ਇੱਥੇ ਮੈਂ ਇੱਕ ਲਾਈਨ ਲਿਖੀ ਹੋਈ ਆ ਆਹ, ਕਿ ਜਿਹੜਾ ਪਾਥ ਰਾਸਤਾ ਫੋਲੋਡ ਬਾਏ ਦਾ ਪ੍ਰੋਜੈਕਟਾਈਲ, ਕੋਈ ਪ੍ਰੋਜੈਕਟਾਈਲ ਜਿਹੜਾ ਰਾਸਤਾ ਫੋਲੋ ਕਰਦਾ ਹੈ ਉਸ ਪਾਥ ਨੂੰ ਆਪਾਂ ਟ੍ਰੈਜੈਕਟਰੀ ਕਿਹਾ ਜਾਂਦਾ। ਉਸ ਪਾਥ ਨੂੰ ਕੀ ਕਹਿੰਦੇ ਆ ਵੀ? ਟ੍ਰੈਜੈਕਟਰੀ। ਸੋ ਇਹ ਸੀ ਡੈਫੀਨੇਸ਼ਨ। ਹੁਣ ਇਹਨਾਂ ਦੀਆਂ ਮੈਂ ਕੁਝ ਐਗਜ਼ਾਮਪਲਾਂ ਵੀ ਇੱਥੇ ਲਿਖੀ ਹੋਈ ਹੈ, ਜਿਵੇਂ ਆਹ ਦੇਖੋ, A bullet fired from a gun, a javelin or hammer thrown by an athlete, a stone thrown from the top of hill or tower, etc. ਇਹ ਸਮ ਡੈਫੀਨੇਸ਼ਨ ਆ। ਹੁਣ ਇਹਦੇ ਵਿੱਚ ਤੁਸੀਂ ਇੱਕ ਗੱਲ ਯਾਦ ਰੱਖਣੀ ਆ, ਜਦੋਂ ਆਪਾਂ ਪ੍ਰੋਜੈਕਟਾਈਲ ਦੀ ਗੱਲ ਕਰਾਂਗੇ, ਹੁਣ ਜਦੋਂ ਆਪਾਂ ਕੋਈ ਆਬਜੈਕਟ ਨੂੰ ਹਵਾ ਜਾਂ ਸਪੇਸ ਦੇ ਵਿੱਚ ਡ੍ਰੌਪ ਕਰਦੇ ਆ ਤਾਂ ਉਹਦੇ ਉੱਪਰ ਏਅਰ ਦਾ ਰੈਜ਼ਿਸਟੈਂਸ ਹੁੰਦੀ ਹੈ। When we discuss the projectile topic, we neglect the air resistance. ਆਪਾਂ ਉਹਦੇ ਵਿੱਚ ਏਅਰ ਦੀ ਜਿਹੜੀ ਮੌਜੂਦਗੀ ਆ, ਉਹਦਾ ਜਿਹੜਾ ਪ੍ਰੈਸ਼ਰ ਆ ਉਹ ਨੈਗਲੈਕਟ ਕਰਨਾ। ਸਿਰਫ ਜਿਹੜਾ ਆਬਜੈਕਟ ਆ ਉਹ ਗ੍ਰੈਵਿਟੀ ਕਰਕੇ ਹੀ ਕੀ ਕਰ ਰਿਹਾ ਹੈ, ਉਹਦੇ ਉੱਪਰ ਇਫੈਕਟ ਪੈ ਰਿਹਾ ਹੈ, ਉਹ ਆਪਾਂ ਨੇ ਕੰਸੀਡਰ ਕਰਨਾ। ਇਹ ਪੁਆਇੰਟ ਤੁਸੀਂ ਨੋਟ ਕਰ ਲੈਣਾ ਆਪਣੀ ਕਾਪੀ ਦੇ ਉੱਪਰ ਜਿਹੜਾ ਮੈਂ ਬੋਲਿਆ। ਸੋ ਨੈਕਸਟ ਆਪਾਂ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਅੱਜ ਡੈਰੀਵੇਸ਼ਨ। ਪਹਿਲਾ ਆ ਜਾਂਦਾ ਹੌਰੀਜ਼ੌਂਟਲ ਪਲੇਨ ਪ੍ਰੋਜੈਕਟਾਈਲ। ਹੌਰੀਜ਼ੌਂਟਲ ਦਾ ਮਤਲਬ ਕੀ ਹੁੰਦਾ ਹੈ ਤੇ ਵਰਟੀਕਲ ਦਾ ਮਤਲਬ ਕੀ ਹੁੰਦਾ, ਮੈਂ ਤੁਹਾਨੂੰ ਦੱਸਿਆ ਵੀ ਆ। ਮੈਂ ਹੋਪ ਕਰਦਾ ਕਿ ਤੁਹਾਨੂੰ ਇਹਦੇ ਬਾਰੇ ਪਤਾ ਵੀ ਹੋਊਗਾ। ਵਰਟੀਕਲ ਉਹ ਹੁੰਦਾ ਜਿਹੜੀ ਸਿੱਧੀ ਹੋਵੇ, ਹੌਰੀਜ਼ੌਂਟਲ ਉਹ ਹੁੰਦਾ ਜੋ ਲੇਟਵਾਂ ਹੋਵੇ। ਇਹਦੇ ਨਾਲ ਤੁਹਾਨੂੰ ਹੋਰ ਕਲੀਅਰਟੀ ਹੋ ਚੁੱਕੀ ਹੋਵੇਗੀ। ਅੱਜ ਆਪਾਂ ਹੌਰੀਜ਼ੌਂਟਲ ਪ੍ਰੋਜੈਕਟਾਈਲ ਬਾਰੇ ਡਿਸਕਸ ਕਰਾਂਗੇ। ਉਹਦੇ ਲਈ ਮੈਂ ਕੀ ਕੀਤਾ, ਕੰਸੀਡਰ ਕੀਤਾ ਇੱਕ ਪ੍ਰੋਜੈਕਟਾਈਲ ਜੋ ਫਾਇਰ ਕੀਤਾ ਗਿਆ ਮੈਂ ਕਿਸੇ ਪੁਆਇੰਟ O ਤੋਂ। ਇਸ ਪੁਆਇੰਟ O ਤੋਂ ਮੈਂ ਇੱਕ ਪ੍ਰੋਜੈਕਟਾਈਲ ਫਾਇਰ ਕੀਤਾ ਕਿਸੇ ਸਰਟਨ ਹਾਈਟ ਆ ਆਫ ਗਰਾਊਂਡ, O ਤੋਂ ਲੈ ਕੇ A ਤੱਕ ਹਾਈਟ ਆ ਹਨਾ, ਹਾਈਟ ਆ ਗਰਾਊਂਡ ਤੋਂ ਦੀ। ਤੇ ਉਹਨਾਂ ਜਿਹੜਾ ਆਪਾਂ ਨੇ ਆਬਜੈਕਟ ਫਾਇਰ ਕੀਤਾ ਉਹਦੀ ਇਨੀਸ਼ੀਅਲ ਵੈਲੋਸਿਟੀ ਹੈਗੀ ਆ ਕਿੰਨੀ ਲਈ ਆਪਾਂ ਨੇ, U ਆ ਦੇਖੋ, ਜੋ ਪੈਰਲਰ ਹੈਗੀ ਆ ਆਪਣੇ ਹੌਰੀਜ਼ੌਂਟਲ। ਆ ਹੌਰੀਜ਼ੌਂਟਲ ਹੁੰਦਾ, ਆ ਵਰਟੀਕਲ। ਤਾਂ ਜਿਹੜੀ ਆਪਣੀ ਵੈਲੋਸਿਟੀ ਆ ਉਹ ਪੈਰਲਰ ਹੈਗੀ ਆ ਹੌਰੀਜ਼ੌਂਟਲ ਦੇ ਨਾਲ। ਜਿਵੇਂ ਆ ਬਣੀ, ਜਿਵੇਂ ਐਕਸ ਐਕਸਿਸ ਕਹਿ ਲਓ ਆਪਣਾ ਇੱਥੇ ਹੌਰੀਜ਼ੌਂਟਲ ਆ, ਉਸੇ ਹੀ ਅਲੋਂਗ ਆਪਣੀ ਕੀ ਆ
ਵੈਲੋਸਿਟੀ ਹੈ। ਉਹ ਤੋਂ ਬਾਅਦ ਅੱਗੇ ਇਹਦਾ ਇੰਪੋਰਟੈਂਟ ਪੁਆਇੰਟ ਆ ਜਿਹੜਾ ਤੁਸੀਂ ਨੋਟ ਕਰਨਾ ਹੈ, ਆਹ ਦੋ ਪੁਆਇੰਟ ਬਹੁਤ ਇੰਪੋਰਟੈਂਟ ਨੇ ਕਿ ਜਦੋਂ ਕੋਈ ਪ੍ਰੋਜੈਕਟਾਈਲ ਮੂਵ ਕਰਦਾ ਹੈ ਤਾਂ ਇਟ ਕਵਰ ਦਾ ਡਿਸਟੈਂਸ ਅਲੋਂਗ ਹੌਰੀਜ਼ੋਨਟਲ, ਤਾਂ ਉਹ ਹੌਰੀਜ਼ੋਨਟਲ ਵੀ ਮੂਵ ਕਰਦਾ ਹੁੰਦਾ ਤੇ ਵਰਟੀਕਲ ਵੀ ਮੂਵ ਕਰਦਾ ਹੁੰਦਾ। ਜਦੋਂ ਕੋਈ ਆਬਜੈਕਟ ਪ੍ਰੋਜੈਕਟਾਈਲ ਪਾਥ ਵਿੱਚ ਮੂਵ ਕਰਦਾ ਹੈ ਦੈਨ ਇਟ ਵਿਲ ਕਵਰ ਹੌਰੀਜ਼ੋਨਟਲ ਅਤੇ ਵਰਟੀਕਲ। ਹੁਣ ਹੌਰੀਜ਼ੋਨਟਲ ਕਿਹਦੇ ਕਰਕੇ ਕਰਦਾ, ਵੀ ਹੌਰੀਜ਼ੋਨਟਲ ਕਰਦਾ ਜਦੋਂ ਆਪਾਂ ਉਹਨੂੰ ਕਿਸੇ ਵੈਲੋਸਿਟੀ ਦੇ ਨਾਲ ਡ੍ਰੌਪ ਕੀਤਾ ਹੋਵੇ। ਜਿਵੇਂ ਆਹ ਦੇਖੋ ਇਸ ਡਾਇਗਰਾਮ ਦੇ ਵਿੱਚ ਜਿਹੜਾ ਆਹ ਪਾਥ ਆ, ਮੰਨ ਲਓ ਆਹ ਪੁਆਇੰਟ ਲੈ ਲਿਆ ਆਪਾਂ ਨੇ, ਲੈਟਸ ਸੇ ਆਹ ਇਸ ਪੁਆਇੰਟ ਦੇ ਵਿੱਚ ਦੇਖੋ ਇਹ ਹੌਰੀਜ਼ੋਨਟਲ ਵੀ ਮੂਵ ਹੋ ਰਿਹਾ ਹੈ ਤੇ ਥੱਲੇ ਨੂੰ ਵਰਟੀਕਲ ਵੀ ਮੂਵ ਹੋ ਰਿਹਾ ਹੈ। ਹੁਣ ਜਿਹੜਾ ਹੌਰੀਜ਼ੋਨਟਲ ਪਾਥ ਮੂਵ ਕਰ ਰਿਹਾ ਹੈ ਉਹ ਕਿਹਦੇ ਕਰਕੇ ਕਰ ਰਿਹਾ ਹੈ, ਇਹਦੀ ਇਨੀਸ਼ੀਅਲ ਵੈਲੋਸਿਟੀ ਸੀ ਜਿਹੜੀ ਉਹ ਕਿੰਨੀ ਸੀ, u। ਹੁਣ ਜਿਹੜਾ ਵਰਟੀਕਲ ਥੱਲੇ ਨੂੰ ਮੂਵ ਕਰ ਰਿਹਾ ਹੈ, ਜਿਹੜਾ ਥੱਲੇ ਨੂੰ ਮੂਵ ਕਰ ਰਿਹਾ ਉਹਦਾ ਰੀਜ਼ਨ ਹੈਗਾ ਉਹ ਗ੍ਰੈਵਿਟੀ ਕਰਕੇ, ਇਫੈਕਟ ਡਿਊ ਟੂ ਗ੍ਰੈਵਿਟੀ। ਸੋ ਇਹੀ ਮੈਂ ਪੁਆਇੰਟ ਇਸ ਦੇ ਵਿੱਚ ਲਿਖੇ ਹੋਏ ਆ, ਇੱਕ ਵਾਰ ਦੁਬਾਰਾ ਚ ਦੇਖ ਲਿਓ ਇਹਨੂੰ, ਜੇ ਨਹੀਂ ਸਮਝ ਆ ਗਿਆ ਰਿਵਾਈਜ਼ ਕਰਕੇ। ਆਹ ਦੇਖੋ ਜਿਹੜਾ ਪੁਆਇੰਟ ਲਿਖਾਇਆ ਹੈ, ਕਹਿੰਦਾ ਐਜ਼ ਦਾ ਪ੍ਰੋਜੈਕਟਾਈਲ ਮੂਵ, ਜਦੋਂ ਮੂਵ ਕਰਦਾ ਹੈ ਇਟ ਕਵਰ ਦਾ ਡਿਸਟੈਂਸ ਕਵਰ ਕਰਦਾ ਹੈ ਅਲੋਂਗ ਹੌਰੀਜ਼ੋਨਟਲ ਡਿਊ ਟੂ ਕਿਹਦੇ ਕਰਕੇ, ਵੀ ਵੈਲੋਸਿਟੀ ਆਫ ਪ੍ਰੋਜੈਕਸ਼ਨ ਐਂਡ ਅਲੋਂਗ ਵਰਟੀਕਲ ਇਨ ਡਾਊਨਵਰਡ ਡਾਇਰੈਕਸ਼ਨ, ਥੱਲੇ ਨੂੰ ਆਉਂਦਾ ਉਹ ਵਰਟੀਕਲੀ ਕਿਹਦੇ ਕਰਕੇ ਆਉਂਦਾ, ਡਿਊ ਟੂ ਇਫੈਕਟ ਆਫ ਗ੍ਰੈਵਿਟੀ। ਇਹ ਪਹਿਲਾ ਪੁਆਇੰਟ ਸੀ। ਸਪੋਜ਼ ਅੱਗੇ ਕੀ ਰਿਹਾ ਹੈ, ਕਹਿੰਦਾ ਸਪੋਜ਼ ਦੈਟ ਐਟ ਐਨੀ ਟਾਈਮ ਟੀ, ਕਿਸੇ ਸਮੇਂ ਟੀ ਦੇ ਉੱਪਰ ਜਿਹੜਾ ਪ੍ਰੋਜੈਕਟ ਆ, ਆਹ ਜਿਹੜਾ ਆਪਣਾ ਪ੍ਰੋਜੈਕਟਾਈਲ ਆ, ਲੈਟਸ ਸੇ ਉਹਦੇ ਪੁਆਇੰਟ ਲੈ ਲੈਂਦੇ ਆ, ਆਹ ਪੁਆਇੰਟ ਦੇ ਉੱਪਰ P ਪੁਆਇੰਟ ਦੇ ਉੱਪਰ ਆ ਜਾਂਦਾ ਹੈ। ਜਦੋਂ P ਪੁਆਇੰਟ ਤੇ ਆ ਜਾਂਦਾ ਹੈ ਤਾਂ ਉਹ ਅਲੋਂਗ x ਐਕਸਿਸ ਤੇ y ਐਕਸਿਸ ਦੋਨੋਂ ਡਿਸਟੈਂਸ ਕਵਰ ਕਰਦਾ। ਦੇਖੋ ਵੀ ਇੱਧਰੋਂ ਤੇ ਮੈਂ ਇੱਥੋਂ ਲੈ ਲਓ, ਆ ਆਪਾਂ A ਤੋਂ ਲੈ ਕੇ ਇੱਥੇ ਤੱਕ ਕਹਿੰਦਾ ਕਿ ਇਹਨੇ ਭਾਈ x ਡਿਸਟੈਂਸ ਕਵਰ ਕੀਤਾ, ਠੀਕ ਆ, ਤੇ O ਤੋਂ ਲੈ ਕੇ ਆਹ ਪੁਆਇੰਟ, O ਤੋਂ ਲੈ ਕੇ ਜਿੱਥੇ ਆ ਲਾਈਨ ਕੱਟ ਕਰਦੀ, ਜਿੱਥੇ P ਪੁਆਇੰਟ ਆ, ਇਹ ਲਾਈਕ ਦਿਸ ਵਨ, ਇਹ ਹੈਗਾ ਇਹਦਾ y ਡਿਸਟੈਂਸ। ਤਾਂ ਦੇਖੋ ਜਦੋਂ ਸਪੋਜ਼ ਦੈਟ, ਆ ਦੇਖੋ ਆ ਲਿਖਿਆ ਲਾਈਨ ਦਾ ਮਤਲਬ ਕੀ ਆ ਕਿ ਸਪੋਜ਼ ਦੈਟ ਐਨੀ ਟਾਈਮ ਟੀ, ਜਦੋਂ ਸਮਾਂ ਟੀ ਹੁੰਦਾ ਹੈ, ਜਿਹੜਾ ਪ੍ਰੋਜੈਕਟਾਈਲ ਆ ਉਹ ਕਿਸ ਪੁਆਇੰਟ ਤੇ ਆ ਜਾਂਦਾ ਹੈ, P ਪੁਆਇੰਟ ਤੇ ਆ ਜਾਂਦਾ ਹੈ। ਸੋ ਦੈਟ ਦਾ ਡਾਇਰੈਕਸ਼ਨ ਕਵਰਡ ਅਲੋਂਗ, ਜਿਹੜੀ ਇਹਦੀ ਡਾਇਰੈਕਸ਼ਨ ਆ, ਸੌਰੀ ਡਾਇਰੈਕਸ਼ਨ ਨਹੀਂ ਹੈਗੀ, ਇੱਥੇ ਡਿਸਟੈਂਸ ਆ, ਇੱਥੇ ਲਿਖਣਾ ਡਿਸਟੈਂਸ, ਡਿਸਟੈਂਸ ਕਵਰਡ ਅਲੋਂਗ x ਐਕਸਿਸ ਅਤੇ y ਐਕਸਿਸ, ਉਹਨੂੰ ਕੀ ਕਹਿਤਾ ਆਪਾਂ ਨੇ, x ਐਂਡ y। ਮਤਲਬ ਜਦੋਂ ਕੋਈ ਪ੍ਰੋਜੈਕਟਾਈਲ P ਤੇ ਆ ਗਿਆ ਤਾਂ ਉਹਨੇ ਜਿਹੜਾ ਡਿਸਟੈਂਸ ਕਵਰ ਕੀਤਾ ਅਲੋਂਗ x ਐਕਸਿਸ ਵੀ ਕੀਤਾ ਤੇ y ਐਕਸਿਸ ਵੀ ਕੀਤਾ। x ਐਕਸਿਸ ਕਿੰਨਾ ਕੀਤਾ ਉਹਨੇ, ਸਮਾਲ x, y ਐਕਸ ਕਵਰ ਕੀਤਾ ਡਿਸਟੈਂਸ ਸਮਾਲ y। ਹੁਣ ਇਹ ਤੋਂ ਬਾਅਦ ਦੇਖੋ ਡੈਰੀਵੇਸ਼ਨ ਜਿਹੜੀ ਅਗਲੀ ਸਟਾਰਟ ਹੁੰਦੀ ਹੈ ਆਪਣੀ, ਉਹ ਹੈਗਾ ਹੈ ਕਿ ਜਦੋਂ ਜਿਹੜਾ ਪ੍ਰੋਜੈਕਟਾਈਲ ਆ ਮੂਵ ਕਰਦਾ ਹੈ ਉਹ ਹੌਰੀਜ਼ੋਨਟਲੀ ਉਹਦਾ ਕੀ ਇਫੈਕਟ ਦੇਖਣ ਨੂੰ ਮਿਲਦਾ। ਹੁਣ ਦੇਖੋ ਜਦੋਂ ਮੈਂ ਕਿਹਾ ਸੀ ਕਿ ਜਦੋਂ ਆਬਜੈਕਟ ਮੂਵ ਕਰ ਰਿਹਾ, ਪ੍ਰੋਜੈਕਟਾਈਲ ਮੂਵ ਕਰ ਰਿਹਾ ਹੈ ਤਾਂ ਉਹਦੀ ਇਨੀਸ਼ੀਅਲ ਵੈਲੋਸਿਟੀ ਆ। ਹੁਣ ux ਕੀ ਆ, ux ਦੱਸਦਾ ਆਪਣਾ ਇਨੀਸ਼ੀਅਲ ਵੈਲੋਸਿਟੀ ਅਲੋਂਗ ਹੌਰੀਜ਼ੋਨਟਲ, ਉਹ ਆਪਾਂ ਨੇ ਕਿੰਨੀ ਲਈ ਆ, u ਲਈ ਹੋਈ ਆ, ਡਾਇਗਰਾਮ 'ਚ ਦੇਖ ਲਿਓ। ਹੁਣ ਦੇਖੋ ਜਦੋਂ ਇੱਕੋ ਹੀ ਵੈਲੋਸਿਟੀ ਨਾਲ ਮੂਵ ਕਰੂਗਾ, ਵੈਲੋਸਿਟੀ ਕਾਂਸਟੈਂਟ ਰਹੂਗੀ, ਤਾਂ ਉਹਦੇ ਵਿੱਚ ਕੋਈ ਐਕਸਲਰੇਸ਼ਨ ਨਹੀਂ ਪ੍ਰੋਡਿਊਸ ਹੋਣੀ। ਸੋ ਐਕਸਲਰੇਸ਼ਨ ਅਲੋਂਗ ਹੌਰੀਜ਼ੋਨਟਲ ਉਹ ਕੀ ਆਊਗੀ, ਆਪਣੀ 0 ਆਊਗੀ। ਹੁਣ ਮੈਂ ਪੋਜੀਸ਼ਨ ਦੇਖਣੀ ਆ, ਪੋਜੀਸ਼ਨ ਆਫ ਪ੍ਰੋਜੈਕਟਾਈਲ ਐਟ ਐਨੀ ਟਾਈਮ ਟੀ, ਜਦੋਂ ਟਾਈਮ ਟੀ ਹੁੰਦਾ ਅਲੋਂਗ x ਐਕਸਿਸ, ਕਿ x ਐਕਸਿਸ ਦੇ ਅਲੋਂਗ ਜਿਹੜਾ ਪ੍ਰੋਜੈਕਟਾਈਲ ਆ ਉਹਦੀ ਪੋਜੀਸ਼ਨ ਕੀ ਹੈ। ਤਾਂ ਉਹਦੇ ਲਈ ਫਾਰਮੂਲਾ ਲਾਵਾਂਗੇ ਇੱਥੇ ਆਹ ਵਾਲਾ, ਇਹ ਫਾਰਮੂਲਾ ਆਪਾਂ ਨੇ ਦੇਖਿਆ ਹੋਇਆ ਇਕੁਏਸ਼ਨ ਮੋਸ਼ਨ ਦੇ ਵਿੱਚ,
ਜੋ ਕਿਹਦੇ ਬਰਾਬਰ ਹੁੰਦਾ ਹੈ s ਇਜ਼ ਇਕੁਅਲ ਟੂ ut ਪਲੱਸ ਹਾਫ at ਸਕੁਅਰ ਦੇ। ਠੀਕ ਹੈ, ਇਹ ਆਪਾਂ ਨੇ ਜਦੋਂ ਇਕੁਏਸ਼ਨ ਆਫ ਮੋਸ਼ਨ ਸਟੱਡੀ ਕੀਤੀਆਂ ਸੀ ਪਹਿਲੇ ਚੈਪਟਰ ਦੇ ਵਿੱਚ ਅਰਲੀਅਰ ਜਿਹੜੇ ਆਪਾਂ ਡਿਸਕਸ ਕੀਤੇ ਆ, ਹੁਣ ਉਹਨੂੰ ਇੱਥੇ ਅਪਲਾਈ ਕਰਾਂਗੇ। ਐਸ ਕੀ ਹੈ ਆਪਣਾ ਡਿਸਟੈਂਸ ਦੱਸਦਾ ਹੈ ਨਾ, ਯੂ ਹੁੰਦੀ ਹੈ ਇਨੀਸ਼ੀਅਲ ਵੈਲੋਸਿਟੀ, ਟੀ ਟਾਈਮ, ਇਹ ਐਕਸਲੇਸ਼ਨ, ਉਹਨੂੰ ਮੈਂ ਇੱਥੇ ਅਪਲਾਈ ਕਰਤਾ ਫਾਰਮੂਲੇ। ਹੁਣ ਆਪਾਂ ਨੇ ਇੱਥੇ ਐਕਸਿਸ ਕਰਕੇ ਲਿਖਿਆ ਕਿਉਂਕਿ ਆਪਾਂ ਹੌਰੀਜ਼ੌਨਟਲ ਮੋਸ਼ਨ ਦੀ ਗੱਲ ਕਰਦੇ। ਸੋ ਉਹ ਤੋਂ ਬਾਅਦ ਦੇਖੋ ਇਸ ਇਕੁਏਸ਼ਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ, ਇਹਨਾਂ ਦੀ ਵੈਲਿਊ ਪੁੱਟ ਕਰ ਦੇਣੀ ਹੈ। ਯੂ ਐਕਸ ਨੂੰ ਯੂ, ਏ ਐਕਸ ਨੂੰ 0 ਤੇ ਐਕਸ ਨੂੰ ਐਕਸ ਹੀ ਮੰਨਣਾ ਹੈ ਕਿਉਂਕਿ ਮੋਸ਼ਨ ਆਪਾਂ ਪੋਜੀਸ਼ਨ ਜਿਹੜੀ ਆ ਪ੍ਰੋਜੈਕਟਾਈਲ ਦੀ ਅਲੋਂਗ ਐਕਸ ਐਕਸਿਸ ਫਾਈਂਡ ਕਰ ਰਹੇ ਹਾਂ। ਸੋ ਆਫਟਰ ਪੁਟਿੰਗ ਦਾ ਵੈਲਿਊ we get x is equal to ut, ਇੱਥੋਂ ਮੈਂ t ਦੀ ਵੈਲਿਊ ਫਾਈਂਡ ਕਰ ਲਈ। ਟਾਈਮ ਕਿੰਨਾ ਆਇਆ ਮੇਰਾ x upon u। ਇਸ ਟਾਈਮ ਤੋਂ ਬਾਅਦ ਜੋ ਟਾਈਮ ਫਾਈਂਡ ਕਰ ਲਿਆ, ਫਿਰ ਮੈਂ ਮੋਸ਼ਨ ਅਲੋਂਗ ਵਰਟੀਕਲ ਦੀ ਗੱਲ ਕਰਾਂਗਾ। ਪਹਿਲਾਂ ਹੌਰੀਜ਼ੌਨਟਲ ਬਾਰੇ ਪੜ੍ਹਿਆ ਹੈ, ਹੁਣ ਆਪਾਂ ਵਰਟੀਕਲੀ ਕੀ ਮੋਸ਼ਨ ਹੋਊਗਾ ਉਸ ਪ੍ਰੋਜੈਕਟਾਈਲ ਦਾ ਉਹ ਫਾਈਂਡ ਕਰਾਂਗੇ। ਹੁਣ ਦੇਖੋ ਇੱਥੇ ਲਿਖਿਆ ਹੋਇਆ ਹੈ ਕਿ ਸਿੰਸ ਦਾ ਪ੍ਰੋਜੈਕਟਾਈਲ ਇਜ਼ ਫਾਇਰਡ ਪੈਰਲਲ ਟੂ ਹੌਰੀਜ਼ੌਨਟਲ। ਆਹ ਡਾਇਗਰਾਮ ਤੇ ਵਾਪਸ ਆ ਜਾਓ। ਹੁਣ ਦੇਖੋ ਪ੍ਰੋਜੈਕਟਾਈਲ ਹੌਰੀਜ਼ੌਨਟਲ ਦੇ ਅਲੋਂਗ ਆਪਾਂ ਨੇ ਫਾਇਰ ਕੀਤਾ ਸੀ, ਤਾਂ ਇਸ ਪੁਆਇੰਟ ਦੇ ਉੱਪਰ ਦੀ ਵਰਟੀਕਲ ਵੈਲੋਸਿਟੀ ਕਿੰਨੀ ਹੋਵੇਗੀ। ਜਦੋਂ ਆਪਾਂ ਇਸ ਉਹ ਪੁਆਇੰਟ ਤੇ ਉਸ ਪ੍ਰੋਜੈਕਟਾਈਲ ਨੂੰ ਫਾਇਰ ਕੀਤਾ ਤਾਂ ਇਹਦੇ ਵਿੱਚ ਦੇਖੋ ਵੀ ਸਿਰਫ ਕੀ ਹੈ, ਇਹਦੀ ਹੌਰੀਜ਼ੌਨਟਲ ਵੈਲੋਸਿਟੀ ਆ ਉਹ ਸੀ ਆਪਣੀ ਯੂ, ਬਟ ਇੱਥੇ ਜਿਹੜੀ ਵਰਟੀਕਲ ਵੈਲੋਸਿਟੀ ਆ ਉਹ ਕੀ ਹੁੰਦੀ ਆ ਆਪਣੀ 0 ਹੁੰਦੀ ਆ। ਆਹ ਲਿਖੀ ਹੋਈ ਹੈ ਆਪਾਂ ਨੇ ਦੇਖੋ, since the projectile is fired parallel to horizontal, its initial velocity along vertical ਉਹ ਕੀ ਹੋਵੇ ਵੀ ਹਮੇਸ਼ਾ 0 ਹੋਵੇਗੀ। ਜਿਵੇਂ ਤੁਸੀਂ ਦੇਖ ਲਓ ਸਿੰਪਲ ਐਗਜ਼ਾਮਪਲ, ਤੁਸੀਂ ਕਿਸੇ ਟਾਵਰ ਤੇ ਖੜੇ ਹੋ ਹੈ ਨਾ, ਤੁਸੀਂ ਪੱਥਰ ਮਾਰਿਆ, ਡ੍ਰੌਪ ਕੀਤਾ, ਜਦੋਂ ਪੱਥਰ ਤੁਹਾਡੇ ਹੱਥ 'ਚ ਆ ਉਸ ਵੇਲੇ ਤੁਹਾਡੀ ਜਿਹੜੀ ਵੈਲੋਸਿਟੀ ਆ ਵਰਟੀਕਲੀ ਉਹ ਕੀ ਆ ਤੁਹਾਡੀ 0 ਆ। ਜਦੋਂ ਤੁਸੀਂ ਪੱਥਰ ਡ੍ਰੌਪ ਕੀਤਾ ਤਾਂ ਉਹ ਪੱਥਰ ਸਿੱਧਾ ਥੱਲੇ ਥੋੜੀ ਗਿਰੂਗਾ, ਉਹ ਪੱਥਰ ਕੀ ਕਰੂਗਾ, ਇੱਕ ਪਾਥ ਫੋਲੋ ਕਰੂਗਾ। ਉਹ ਜਿਹੜੀ ਪਾਥ ਫੋਲੋ ਹੋ ਰਹੀ ਆ ਉਸ ਪੱਥਰ ਦੁਆਰਾ ਉਹ ਅਲੋਂਗ ਹੌਰੀਜ਼ੌਨਟਲ ਹੋਵੇਗੀ, ਨਾ ਕਿ ਜਦੋਂ ਸ਼ੁਰੂਆਤ ਕੀਤਾ ਉਹਨੇ ਵਰਟੀਕਲ ਤਾਂ ਥੱਲੇ ਆਉਂਦੇ ਹੋਏ ਹੋਊਗੀ, ਪਰ ਪਹਿਲਾਂ ਉਹਦੀ ਇਨੀਸ਼ੀਅਲ ਵੈਲੋਸਿਟੀ ਜਦੋਂ ਪੱਥਰ ਆਪਣਾ ਹੱਥ ਦੇ ਵਿੱਚ ਆ ਉਹ ਕੀ ਹੋਵੇਗੀ 0 ਹੋਵੇਗੀ। ਸੋ ਆਹ ਦੇਖੋ ਉਹੀ ਲਿਖਿਆ ਹੋਇਆ ਹੈ। ਪਰ ਜਦੋਂ ਐਕਸਲੇਸ਼ਨ ਦੀ ਗੱਲ ਕਰਦੇ ਹਾਂ, ਐਕਸਲੇਸ਼ਨ ਕਿੰਨੀ ਹੋਵੇਗੀ। ਹੁਣ ਦੇਖੋ ਵੀ ਜਦੋਂ ਆਪਾਂ ਨੇ ਪੱਥਰ ਡ੍ਰੌਪ ਕੀਤਾ ਪਹਿਲਾਂ ਇਨੀਸ਼ੀਅਲ ਵੈਲੋਸਿਟੀ ਵਰਟੀਕਲੀ ਉਹਦਾ 0 ਸੀ, ਪਰ ਜਦੋਂ ਪੱਥਰ ਨੀਚੇ ਆਈ ਜਾਊਗਾ ਉਹਦੇ ਉੱਪਰ ਇਫੈਕਟ ਕਿਹਦਾ ਹੋਊਗਾ, ਗ੍ਰੈਵਿਟੀ ਦਾ। ਹੁਣ ਐਕਸਲੇਸ਼ਨ ਹੁੰਦੀ ਕੀ ਹੈ, ਚੇਂਜ ਇਨ ਵੈਲੋਸਿਟੀ, ਉਹ ਕਿਹਦੇ ਬਰਾਬਰ ਆਊਗੀ, ਜੋ ਜਿਹਦਾ ਉਹਦੇ ਉੱਪਰ ਇਫੈਕਟ ਪਿਆ ਹੈ ਉਹ ਹੈਗਾ ਆਪਣੀ ਗ੍ਰੈਵਿਟੀ। ਸੋ ਏ ਵਾਈ ਦਾ ਮਤਲਬ ਕੀ ਆ, ਐਕਸਲੇਸ਼ਨ ਅਲੋਂਗ ਵਰਟੀਕਲੀ ਉਹ ਕਿਹਦੇ ਇਕੁਅਲ ਆਊਗੀ, ਗ੍ਰੈਵਿਟੀ। ਗ੍ਰੈਵਿਟੀ ਕਰਕੇ ਹੀ ਜਿਹੜਾ ਪੱਥਰ ਆ ਉਹ ਟਕਰਾਊਗਾ ਧਰਤੀ ਨਾਲ, ਗਰਾਊਂਡ ਨਾਲ। ਸੋ ਏ ਵਾਈ ਦੀ ਵੈਲਿਊ ਕਿੰਨੀ ਆ ਗਈ ਜੀ। ਹੁਣ ਇਹ ਤੋਂ ਬਾਅਦ ਦੇਖੋ ਇਹਦੇ ਵਿੱਚ ਹੁਣ ਪੋਜੀਸ਼ਨ ਪਤਾ ਕਰਾਂਗੇ ਕਿ ਪੋਜੀਸ਼ਨ ਆਫ ਪ੍ਰੋਜੈਕਟਾਈਲ ਅਲੋਂਗ ਵਾਈ ਐਕਸਿਸ ਐਟ ਐਨੀ ਟਾਈਮ ਟੀ, ਕੀ ਪੋਜੀਸ਼ਨ ਹੋਵੇਗੀ ਪ੍ਰੋਜੈਕਟਾਈਲ ਦੀ ਅਲੋਂਗ ਵਾਈ ਐਕਸਿਸ ਜਾਂ ਵਰਟੀਕਲੀ। ਤਾਂ ਮੈਂ ਦੇਖੋ ਆ ਵਾਈ ਦੀ ਵੈਲਿਊ ਫਾਈਂਡ ਕਰਨੀ ਆ, ਇਹ ਆਹ ਵਾਲੀ। ਇੱਥੇ ਵੀ ਮੈਂ ਜਿਹੜੀ ਆਪਾਂ ਇਕੁਏਸ਼ਨ ਮੋਸ਼ਨ ਪੜ੍ਹੀ ਆ ਸੈਕਿੰਡ, ਐਸ ਇਜ਼ ਇਕੁਅਲ ਟੂ ਯੂਟੀ ਪਲੱਸ ਹਾਫ ਏਟੀ ਸਕੁਅਰ। ਹੁਣ ਇੱਥੇ ਵਾਈ ਇਸ ਕਰਕੇ ਲਿਖਿਆ ਹੈ ਕਿਉਂਕਿ ਆਪਾਂ ਵਰਟੀਕਲੀ ਉਹਦੀ ਵਰਟੀਕਲੀ ਡਾਊਨਵਰਡ ਦੀ ਗੱਲ ਕਰਦੇ ਹਾਂ, ਵਾਈ ਐਕਸਿਸ ਦੀ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਮੈਂ ਯੂ ਵਾਈ, ਏ ਵਾਈ ਤੇ ਵਾਈ ਦੀ ਵੈਲਿਊ ਸਬਸਟੀਟਿਊਟ ਕਰਾਂਗਾ। ਇਨੀਸ਼ੀਅਲ ਵੈਲੋਸਿਟੀ ਤੁਹਾਨੂੰ ਦੱਸਿਆ ਕਿ 0 ਹੁੰਦੀ ਆ, ਐਕਸਲੇਸ਼ਨ ਦੱਸਿਆ ਕਿਹਦੇ ਬਰਾਬਰ ਹੁੰਦੀ ਹੈ ਜੀ ਦੇ, ਵਾਈ ਨੂੰ ਵਾਈ। ਆਫਟਰ ਪੁਟਿੰਗ ਦਾ ਵੈਲਿਊ ਵੀ ਗੈਟ ਵਾਈ ਇਜ਼ ਇਕੁਅਲ ਟੂ ਹਾਫ ਜੀ ਟੀ ਸਕੁਅਰ। ਨੈਕਸਟ ਕੀ ਆ ਇਹਦੇ ਵਿੱਚ, ਇੱਥੇ ਮੈਂ ਕੀ ਕੀਤਾ, ਜਿਹੜਾ ਟਾਈਮ ਸੀ ਜੋ ਆਪਾਂ ਨੇ ਪਹਿਲਾਂ ਫਾਈਂਡ ਕੀਤਾ ਸੀ, ਆਹ ਦੇਖੋ ਇਹਨੂੰ ਪੁੱਟ ਕਰ ਦੇਣਾ ਹੈ ਇਸ ਇਕੁਏਸ਼ਨ ਦੇ ਵਿੱਚ ਜਿਹੜੀ ਆਪਾਂ ਨੇ ਹੁਣੇ ਡਰਾਈਵ ਕੀਤੀ ਆ।
ਇਹਦੇ ਵਿੱਚ ਆ ਦੇਖੋ ਤਾਂ ਟੀ ਦੀ ਵੈਲਿਊ ਮੈਂ ਇੱਥੇ ਪੁੱਟ ਕੀਤੀ ਤਾਂ y ਇਜ਼ ਇਕਲ ਟੂ 1/2 g ਇੰਟੂ x ਅਪੋਨ a ਦਾ ਹੋਲ ਸਕੁਅਰ। ਫਿਰ ਇਹਨੂੰ ਥੋੜਾ ਜਿਹਾ ਮੈਂ ਸਿੰਪਲੀਫਾਈ ਕੀਤਾ। ਸਿੰਪਲੀਫਾਈ ਇਸ ਤਰ੍ਹਾਂ ਕੀਤਾ ਕਿ g ਉੱਪਰ ਸੀ 2 ਥੱਲੇ ਸੀ ਤੇ ਜਿਹੜਾ a ਸਕੁਅਰ ਆਉਣਾ ਸੀ ਆਹ ਸਕੁਅਰ ਨੂੰ ਓਪਨ ਕਰਕੇ ਥੱਲੇ ਉਹਨੂੰ ਇਕੱਠਾ ਲਿਖ ਲਿਆ ਤੇ x ਸਕੁਅਰ ਨੂੰ ਅਲੱਗ ਲਿਖਤਾ। ਤਾਂ ਇਹ ਕੀ ਆ ਗਿਆ ਦੇਖੋ ਲਾਸਟ ਦੇ ਵਿੱਚ ਆ ਬਣਿਆ ਜਿਹੜਾ g ਅਪੋਨ 2a ਸਕੁਅਰ ਆ ਹਨਾ ਉਹ ਮੰਨ ਲਓ ਇੱਕ k ਦਾ ਕੰਮ ਕਰਦਾ ਕੌਂਸਟੈਂਟ ਦਾ ਕੰਮ ਕਰਦਾ ਲੈਟ ਅਸ ਅਸਿਊਮ ਦੈਟ ਹੈ ਨਾ। ਤਾਂ ਕੀ ਆ ਗਿਆ ਸੀ ਆਪਣਾ y ਇਜ਼ ਇਕਲ ਟੂ k x ਸਕੁਅਰ ਹੈ ਨਾ। ਹੁਣ ਆ k ਨੂੰ ਹਟਾਉਣ ਵਾਸਤੇ ਤੇ ਇਕੁਅਲ ਨੂੰ ਹਟਾਉਣ ਵਾਸਤੇ ਵੀ ਯੂਜ਼ ਪ੍ਰਪੋਰਸ਼ਨਲ ਸਾਈਨ y ਪ੍ਰਪੋਰਸ਼ਨਲ ਟੂ x ਸਕੁਅਰ। ਜਿਹੜੀ ਆ ਇਕੁਏਸ਼ਨ ਹੋਈ ਆ ਬਣੀ ਆ ਇਹ ਕਿਹਦੀ ਹੁੰਦੀ ਆ ਵੀ ਪੈਰਾਬੋਲਾ ਦੀ ਇਕੁਏਸ਼ਨ ਹੁੰਦੀ ਆ। ਯਾਦ ਰੱਖਣਾ ਇਹ 1 ਨੰਬਰ ਦਾ ਕੁਐਸਚਨ ਬਣ ਜਾਂਦਾ ਕਈ ਵਾਰ ਕਿ ਜਦੋਂ ਆਪਾਂ ਕਿਸੇ ਪ੍ਰੋਜੈਕਟਾਈਲ ਨੂੰ ਹੌਰੀਜ਼ੌਂਟਲੀ ਫਾਇਰ ਕਰਦੇ ਆ ਤਾਂ ਜਿਹੜੀ ਇਕੁਏਸ਼ਨ ਬਣਦੀ ਆ ਆਹ ਵਾਲੀ ਕਿਹੜੀ ਇਕੁਏਸ਼ਨ ਆ ਉਹ ਬਣਦੀ ਆ ਆਪਣੀ ਪੈਰਾਬੋਲਾ। ਸੋ ਜਿਹੜੀ ਇਹ ਪਾਥ ਫੋਲੋ ਕਰਦਾ ਅੱਗੇ ਉਹੀ ਲਿਖਿਆ ਹੈ hence a projectile fired along horizontal move along a parabolic path। ਤਾਂ ਜਿਹੜੀ ਉਹ ਰਾਸਤਾ ਤੈਅ ਕਰੂਗਾ ਉਹ ਕਿਹੜਾ ਹੋਊਗਾ ਵੀ ਪੈਰਾਬੋਲਿਕ। ਨੈਕਸਟ ਹੈਗਾ ਆਪਣਾ ਟਾਈਮ ਆਫ ਲਾਈਟ। ਹੁਣ ਟਾਈਮ ਆਫ ਲਾਈਟ ਦਾ ਮਤਲਬ ਕੀ ਆ? ਇਹਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਪ੍ਰੋਜੈਕਟਾਈਲ ਕਿੰਨਾ ਸਮਾਂ ਉਸ ਏਅਰ ਜਾਂ ਸਪੇਸ ਦੇ ਵਿੱਚ ਰਿਹਾ ਜਾਂ ਕਹਿ ਲਓ ਕਿ ਕਿੰਨਾ ਸਮਾਂ ਉਹਨੂੰ ਗਰਾਊਂਡ ਤੱਕ ਪਹੁੰਚਣ ਨੂੰ ਲੱਗਦਾ ਹੈ ਹਨਾ ਰਿਟਰਨ ਟੂ ਦਾ ਗਰਾਊਂਡ ਉਸ ਟਾਈਮ ਜਿਹੜਾ ਲੱਗ ਰਿਹਾ ਉਸ ਨੂੰ ਉਹਨੂੰ ਕਹਿੰਦੇ ਆਪਾਂ ਟਾਈਮ ਆਫ ਲਾਈਟ। ਸੋ ਇਹਨੂੰ ਆਪਾਂ ਕੈਪੀਟਲ ਟੀ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਕਿੰਨਾ ਸਮਾਂ ਲੱਗਿਆ ਉਹਨੂੰ ਗਰਾਊਂਡ ਤੱਕ ਪਹੁੰਚਣ ਨੂੰ ਜਾਂ ਕਹਿ ਲਓ ਕਿ ਕਿੰਨਾ ਸਮਾਂ ਉਹ ਸਪੇਸ ਜਾਂ ਏਅਰ ਦੇ ਵਿੱਚ ਰਹਿੰਦਾ ਹੈ। ਇਹਦੇ ਆਪਾਂ ਫਾਰਮੂਲਾ ਡਰਾਈਵ ਕਰਨਾ ਹੈ ਡੈਰੀਵੇਸ਼ਨ ਇੰਪੋਰਟੈਂਟ ਹੈ ਇਹਦੀ ਤੇ ਇਹ ਚ ਨੂਮੈਰੀਕਲ ਬਣਦੇ ਆ। ਸੋ ਇਹਦੇ ਵਾਸਤੇ ਦੇਖੋ ਟਾਈਮ ਆਫ ਲਾਈਟ ਆਹ ਦੇਖੋ ਡਾਇਗਰਾਮ ਜਿਹੜੀ ਬਣਾਈ ਹੋਈ ਮੈਂ ਟਾਈਮ ਆਫ ਲਾਈਟ ਕਿਵੇਂ ਪਤਾ ਕਰਾਂਗੇ? ਇੱਥੋਂ ਚੱਲਿਆ ਆਬਜੈਕਟ O ਤੋਂ ਕਿੱਥੇ ਪਹੁੰਚ ਰਿਹਾ ਉਹਨੇ ਇਸ A ਤੇ ਪਹੁੰਚਣਾ ਗਰਾਊਂਡ ਨੂੰ ਟੱਚ ਕਰਨਾ ਹੈ ਤਾਂ ਉਹਨੇ ਆਪਣਾ ਜਿਹੜਾ y ਐਕਸਿਸ ਆ ਉਹਨੂੰ ਕਵਰ ਕੀਤਾ। ਜਿਹੜੀ y ਐਕਸਿਸ ਆ ਉਹ ਲੈਟਸ ਸੇ ਆਪਾਂ ਨੇ ਕੀ ਮੰਨ ਲਈ O ਤੋਂ ਲੈ ਕੇ ਇਹਨੂੰ ਕਹਿ ਲਓ ਤੁਸੀਂ B ਪੁਆਇੰਟ ਹਨਾ O ਤੋਂ ਲੈ ਕੇ B ਪੁਆਇੰਟ ਤੱਕ ਉਹਦੀ ਹਾਈਟ ਕਿੰਨੀ ਲੈ ਲਈ ਆਪਾਂ ਨੇ h ਜਾਣੀ ਕਿ ਇੰਨਾ ਡਿਸਟੈਂਸ ਉਹ ਕਵਰ ਕਰ ਰਹੇ। ਫਿਰ ਦੇਖੋ ਵੀ ਪਹਿਲੀ ਡਾਇਗਰਾਮ ਦੇ ਉੱਪਰ ਪਹਿਲੇ ਹੀ ਸਲਾਈਡ ਦੇ ਵਿੱਚ ਹੁਣ ਉਹਨੂੰ ਫਾਈਂਡ ਕਰਨ ਵਾਸਤੇ ਆਈ ਵਿਲ ਯੂਜ਼ ਦਾ ਸੈਕੰਡ ਇਕੁਏਸ਼ਨ ਆਫ ਮੋਸ਼ਨ। ਉਹ ਕੀ ਹੁੰਦੀ ਹੈ ਵੀ s ਇਜ਼ ਇਕਲ ਟੂ ut ਪਲਸ ਹਾਫ at ਸਕੁਅਰ ਪੜਿਆ ਹੈ ਆਪਾਂ ਨੇ। ਹੁਣ y ਕਾਹਦੇ ਲਾਇਆ ਕਿਉਂਕਿ ਜਿਹੜਾ ਟਾਈਮ ਆਫ ਲਾਈਟ ਆ ਉਹ ਆਪਾਂ ਨੂੰ ਅਲੋਂਗ y ਐਕਸਿਸ ਫਾਈਂਡ ਹੋਵੇਗਾ। ਸੋ ਮੈਂ ਲਿਖਿਆ sy ਇਜ਼ ਇਕਲ ਟੂ uy ਇੰਟੂ t ਪਲਸ ਹਾਫ ay ਇੰਟੂ ਟੀ ਸਕੁਅਰ। ਹੁਣ ਮੈਂ ਤੁਹਾਨੂੰ ਜਦੋਂ ਸ਼ੁਰੂਆਤ ਦੇ ਵਿੱਚ ਆਹ ਟੌਪਿਕ ਕਰਾਇਆ ਸੀ ਉਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਇਹਦਾ ਵਰਟੀਕਲ ਕੰਪੋਨੈਂਟ ਹੁੰਦਾ ਹੈ ਉਹਦੀ ਇਨੀਸ਼ੀਅਲ ਵੈਲੋਸਿਟੀ ਦਾ uy ਉਹ ਕੀ ਹੁੰਦੀ ਹਮੇਸ਼ਾ 0 ਹੁੰਦੀ ਆ ਲਿਖੀ 0। ਟੀ ਨੂੰ ਆਪਾਂ ਕੀ ਮੰਨਿਆ ਕੈਪੀਟਲ ਟੀ ਮੰਨਿਆ ਹੈ ਕਿਉਂਕਿ ਟਾਈਮ ਆਫ ਲਾਈਟ ਨੂੰ ਮੈਜ਼ਰ ਕਰਨਾ ਹੈ ਤੇ ਜਦੋਂ ਉਹ ਅਲੋਂਗ y ਐਕਸਿਸ ਆਉਂਦਾ ਹੈ ਤਾਂ ਉਹਦੀ ਜਿਹੜੀ ਐਕਸਲੇਸ਼ਨ ਆ ਉਹ ਕਿਹਦੇ ਬਰਾਬਰ ਆ ਜਾਂਦੀ ਆ g ਦੇ ਬਰਾਬਰ ਆ ਜਾਂਦੀ ਹੈ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਇਨਟੂ ਟੀ ਸਕੁਅਰ। ਤਾਂ ਇਹਨਾਂ ਨੂੰ ਸੋਲਵ ਕੀਤਾ ਤਾਂ ਕੀ ਆਇਆ ਆਪਣਾ h ਇਜ਼ ਇਕਲ ਟੂ ਹਾਫ g ਟੀ ਸਕੁਅਰ। ਇੱਥੋਂ ਮੈਂ t ਫਾਈਂਡ ਕੀਤਾ ਟੀ ਸਕੁਅਰ ਇਜ਼ ਇਕਲ ਟੂ 2h ਅਪੋਨ g ਤੇ t ਦੀ ਵੈਲਿਊ ਕੀ ਆ ਗਈ ਅੰਡਰ ਰੂਟ ਆਫ 2h g ਦਾ ਸਕੁਅਰ ਰੂਟ ਜਾਂ ਕਹਿ ਲਓ ਸਕੁਅਰ ਰੂਟ ਆਫ 2h ਅਪੋਨ g। ਇਹ ਕੀ ਆ ਗਿਆ ਜਿਹੜਾ ਫਾਰਮੂਲਾ ਆਇਆ ਟਾਈਮ ਆਫ ਲਾਈਟ ਦਾ ਆਇਆ ਜਦੋਂ ਕੋਈ ਆਬਜੈਕਟ ਹੌਰੀਜ਼ੌਂਟਲੀ ਪ੍ਰੋਜੈਕਟਡ ਹੋਵੇ। ਉਸ ਤੋਂ ਬਾਅਦ ਦੇਖੋ ਨੈਕਸਟ ਆ ਜਾਂਦਾ ਇਹਦੇ ਵਿੱਚ ਹੌਰੀਜ਼ੌਂਟਲ ਰੇਂਜ। ਇਹ ਵੀ ਇੰਪੋਰਟੈਂਟ ਆ। ਹੌਰੀਜ਼ੌਂਟਲ ਰੇਂਜ ਕੀ ਹੁੰਦੀ ਆ ਇਹਦਾ ਜਿਹੜੀ ਡੈਫੀਨੇਸ਼ਨ ਆ ਉਹ ਤੁਸੀਂ ਲਿਖ ਸਕਦੇ ਹੋ ਕਹਿੰਦਾ ਇਟ ਇਜ਼ ਅ ਡਿਸਟੈਂਸ
covered by projectile along horizontal between the point of projection to the point on the ground। ਇਹ ਲਿਖ ਸਕਦੇ ਹੋ ਤੁਸੀਂ। ਦੇਖੋ ਆਹ B ਤੋਂ ਲੈ ਕੇ A ਤੱਕ ਦਾ ਜਿਹੜਾ ਡਿਸਟੈਂਸ ਆ ਇਹਨੂੰ ਕਹਿੰਦੇ ਆ ਆਪਾਂ ਹੋਰੀਜ਼ੋਨਟਲ ਰੇਂਜ। ਡਿਸਟੈਂਸ ਕਵਰਡ ਬਾਏ ਪ੍ਰੋਜੈਕਟਾਈਲ, ਕਿੰਨਾ ਜਿਹੜਾ ਡਿਸਟੈਂਸ ਕਵਰ ਕੀਤਾ ਜਾਂਦਾ ਹੈ ਪ੍ਰੋਜੈਕਟਾਈਲ ਦਾ ਅਲੋਂਗ ਹੋਰੀਜ਼ੋਨਟਲ ਬਿਟਵੀਨ ਦਾ ਪੁਆਇੰਟ ਆਫ ਪ੍ਰੋਜੈਕਸ਼ਨ। ਆਹ ਪੁਆਇੰਟ ਆਫ ਪ੍ਰੋਜੈਕਸ਼ਨ ਇੱਥੇ ਮੰਨ ਲਓ ਆਊਗਾ। ਹੁਣ ਇਹਦਾ ਡਿਸਟੈਂਸ ਆਪਾਂ ਨੇ ਮੈਜ਼ਰ ਕਰਨਾ ਹੈ B ਤੋਂ ਲੈ ਕੇ ਜਿਹੜਾ A ਆ ਉਹ ਕੀ ਆਪਣਾ ਹੋਰੀਜ਼ੋਨਟਲ ਰੇਂਜ ਆ, ਜਿਹਨੂੰ ਆਪਾਂ ਕੈਪੀਟਲ R ਦੇ ਨਾਲ ਰਿਪਰੈਜ਼ੈਂਟ ਕਰਦੇ ਆ। ਹੁਣ ਦੇਖੋ ਹੋਰੀਜ਼ੋਨਟਲ ਅਲੋਂਗ ਦੀ ਗੱਲ ਕਰਦਾ, ਇਹ ਹੋਰੀਜ਼ੋਨਟਲ ਰੇਂਜ ਦੀ ਗੱਲ ਕਰਦਾ। ਤਾਂ ਹੋਰੀਜ਼ੋਨਟਲ ਵਾਸਤੇ ਆਪਾਂ ਐਕਸ ਐਕਸਿਸ ਲਿਖਾਂਗੇ, ਜਿਵੇਂ ਉਹਦੇ ਵਿੱਚ ਆਪਾਂ ਨੇ ਜਿਹੜੀ ਪਹਿਲਾਂ ਕੀਤਾ ਟਾਈਮ ਆਫ ਲਾਈਟ ਦੇ ਵਿੱਚ ਵਾਈ ਐਕਸਿਸ ਦੀ ਗੱਲ ਕੀਤੀ ਸੀ। ਜਿਹੜਾ ਹੋਰੀਜ਼ੋਨਟਲ ਰੇਂਜ ਹੁੰਦੀ ਆ ਉਹਨੂੰ ਆਪਾਂ ਅਲੋਂਗ ਐਕਸ ਐਕਸਿਸ ਫਾਈਂਡ ਕਰਦੇ ਆ। ਸੋ ਇੱਥੇ ਵੀ ਮੈਂ ਇਹਦੀ ਕਿੰਨਾ ਡਿਸਟੈਂਸ ਫਾਈਂਡ ਕਰਨਾ, ਜਿਹੜਾ ਡਿਸਟੈਂਸ ਕਿੰਨਾ ਹੋਊਗਾ ਉਹਦੇ ਲਈ ਮੈਂ ਸੈਕੰਡ ਇਕੁਏਸ਼ਨ ਮੋਸ਼ਨ ਯੂਜ਼ ਕਰੂੰਗਾ। ਕੀ ਆ ਗਿਆ ਯੂ ਐਸ ਐਕਸ ਇਜ਼ ਇਕੁਅਲ ਟੂ ਯੂ ਐਕਸ ਇੰਟੂ ਟੀ ਪਲੱਸ ਹਾਫ ਐਕਸ ਏ ਐਕਸ ਇੰਟੂ ਟੀ ਸਕੁਅਰ। ਹੁਣ ਦੇਖੋ ਜਦੋਂ ਆਬਜੈਕਟ ਨੂੰ ਆਪਾਂ ਫਾਇਰ ਕੀਤਾ ਸੀ ਤਾਂ ਉਹਦੇ ਕੋਲ ਵੈਲੋਸਿਟੀ ਸੀ u, ਉਹ ਕਿਹਦੇ ਅਲੋਂਗ ਸੀ ਹੋਰੀਜ਼ੋਨਟਲ। ਤਾਂ ਯੂ ਐਕਸ ਦੀ ਜਗ੍ਹਾ ਆਪਾਂ ਕੀ ਲਿਖਤਾ u। ਇਹ ਤੁਸੀਂ ਪਿਛਲੀ ਜਦੋਂ ਵੀਡੀਓ ਨੂੰ ਰਿਵਾਈਜ਼ ਕਰੋਗੇ ਇਹਦੇ ਵਿੱਚ ਹੀ ਜਦੋਂ ਪ੍ਰੋਜੈਕਟਰ ਪੜ੍ਹਾਇਆ ਉਹਦੇ ਵਿੱਚ ਮੈਂ ਦੱਸਿਆ ਕਿ ਯੂ ਐਕਸ ਕਿੰਨਾ ਹੈ, ਇੱਕ ਵਾਰ ਦੇਖ ਲਿਓ ਰਿਵਾਈਜ਼ ਕਰਕੇ ਜੇ ਕਨਫਿਊਜ਼ਨ ਹੋਊਗੀ। ਤੇ ਟੀ ਨੂੰ ਆਪਾਂ ਕੀ ਮੰਨਣਾ ਕੈਪੀਟਲ ਟੀ, ਟਾਈਮ ਆਫ ਫਲਾਈਟ ਜਿਹੜਾ ਕੱਢਿਆ। ਇਹਦੇ ਵਿੱਚ ਦੱਸਿਆ ਸੀ ਤੁਹਾਨੂੰ ਮੈਂ ਕਿ ਜਦੋਂ ਆਪਾਂ ਹੋਰੀਜ਼ੋਨਟਲ ਦੀ ਗੱਲ ਕਰਦੇ ਆ ਅਲੋਂਗ ਹੋਰੀਜ਼ੋਨਟਲੀ ਤਾਂ ਉਸ ਵੇਲੇ ਜਿਹੜੀ ਵੈਲੋਸਿਟੀ ਆ ਕਾਂਸਟੈਂਟ ਰਹਿੰਦੀ ਆ। ਜਦੋਂ ਵੈਲੋਸਿਟੀ ਕਾਂਸਟੈਂਟ ਰਹਿੰਦੀ ਆ ਤਾਂ ਐਕਸਲੇਸ਼ਨ ਕੀ ਹੋਊਗੀ, ਜ਼ੀਰੋ ਹੋਵੇਗੀ। ਸੋ ਇੱਥੇ ax ਤਾਂ ਜ਼ੀਰੋ ਆ ਗਿਆ ਤੁਹਾਡਾ। ਜਦੋਂ ax ਜ਼ੀਰੋ ਆ ਗਿਆ ਤਾਂ ਆ ਸਾਰਾ ਟਰਮ ਜ਼ੀਰੋ ਦੇ ਬਰਾਬਰ ਆ ਜਾਣਾ। ਸੋ ਇੱਥੇ ਕੀ ਆ ਗਿਆ ਜਿਹੜਾ x ਲਿਖਿਆ ਉਹ ਕੀ ਆ ਗਿਆ ਆਪਣਾ r। ਆਹ ਡਿਸਟੈਂਸ ਫਾਈਂਡ ਕਰਨਾ ਆਪਾਂ ਨੇ। ਇਹ ਕਿਹਦੇ ਬਰਾਬਰ ਆ ਗਿਆ ਵੀ ਇਕੁਅਲ ਆ ਗਿਆ ਇਹ u ਕੈਪੀਟਲ u ਲੈ ਲਓ ਜਾਂ ਸਿੰਪਲ u ਲਿਖ ਲਓ u ਇੰਟੂ ਕੈਪੀਟਲ ਟੀ। ਇੱਥੇ ਟੀ ਦੀ ਵੈਲਿਊ ਜਿਹੜੀ ਆਪਾਂ ਨੇ ਪਿੱਛੇ ਕੱਢੀ ਹੈ ਟਾਈਮ ਆਫ ਲਾਈਟ ਉਹ ਲਿਖ ਲੈਣੀ ਹੈ। ਸੋ ਆਰ ਕਿਹਦੇ ਬਰਾਬਰ ਆ ਗਿਆ ਵੀ u ਇੰਟੂ ਅੰਡਰ ਰੂਟ ਆਫ 2h ਅਪੋਨ g। ਇਹ ਹੈਗਾ ਆਪਣਾ ਹੋਰੀਜ਼ੋਨਟਲ ਰੇਂਜ ਦਾ ਫਾਰਮੂਲਾ। ਉਹ ਫਾਰਮੂਲੇ ਜਿੰਨੇ ਵੀ ਫਾਰਮੂਲੇ ਇੰਪੋਰਟੈਂਟ ਨੇ ਇਹਨੂੰ ਨੋਟ ਕਰਨਾ, ਇਹਨਾਂ ਦੇ ਉੱਪਰ ਨੂਮੈਰੀਕਲ ਬਹੁਤ ਬਣਦੇ। ਉਸ ਤੋਂ ਬਾਅਦ ਦੇਖੋ ਵੀ ਜਿਹੜਾ ਇਹਦਾ ਲਾਸਟ ਟੌਪਿਕ ਕਹਿ ਲਓ ਇਹਦਾ ਵੈਲੋਸਿਟੀ ਐਟ ਐਨੀ ਪੁਆਇੰਟ। ਕਿ ਜੇ ਕੋਈ ਪ੍ਰੋਜੈਕਟਾਈਲ ਮੂਵ ਕਰ ਰਿਹਾ ਉਹ ਆਪਣੇ ਰਾਸਤੇ ਵਿੱਚ ਜਾ ਰਿਹਾ ਹੈ ਤਾਂ ਉਸ ਵੇਲੇ ਕਿਸੇ ਖਾਸ ਟਾਈਮ ਦੇ ਉੱਪਰ ਉਹਦੀ ਕੀ ਵੈਲੋਸਿਟੀ ਹੋਵੇਗੀ ਉਹਨੂੰ ਫਾਈਂਡ ਕਿਵੇਂ ਕੀਤਾ ਜਾਂਦਾ ਹੈ। ਜਿਵੇਂ ਆਹ ਦੇਖੋ ਵੀ ਆਹ ਡਾਇਗਰਾਮ ਦੇ ਵਿੱਚ ਮੈਂ ਕੋਈ ਪੀ ਪੁਆਇੰਟ ਲੈ ਲਿਆ ਕਿ ਇਸ ਪੁਆਇੰਟ ਦੇ ਉੱਪਰ ਇਹਦੀ ਕੀ ਵੈਲੋਸਿਟੀ ਹੋਵੇਗੀ। ਹੁਣ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਰਾਸਤਾ ਹੈ ਇਹਦਾ ਜਿਹੜਾ ਪਾਥ ਆ ਉਹ ਇੱਕ ਪ੍ਰੋਜੈਕਟਾਈਲ ਆ, ਮਤਲਬ ਇੱਕ ਸਰਕਲ ਦੀ ਸ਼ੇਪ ਜੀ ਇੱਥੇ ਪਾਥ ਬਣਦੀ ਹੈ ਇਹਦੀ। ਤਾਂ ਇਹਦੀ ਵੈਲੋਸਿਟੀ ਨੂੰ ਫਾਈਂਡ ਕਰਨ ਵਾਸਤੇ ਆਪਾਂ ਕੀ ਕਰਦੇ ਹੁੰਦੇ ਆ, ਇੱਕ ਟੈਂਜੈਂਟ ਡਰਾ ਕਰਦੇ ਹੁੰਦੇ। ਇਹ ਮੈਂ ਬਹੁਤ ਵਾਰ ਦੱਸਿਆ ਕਿ ਜਦੋਂ ਸਰਕਲ ਜਿਹੜਾ ਆਪਾਂ ਪੜਿਆ ਸੀ ਇੱਕ ਸਰਕਲ ਸ਼ੇਪ ਹੋਵੇ ਤਾਂ ਉਸ ਸਰਕਲ ਦੇ ਉੱਪਰ ਜੇ ਆਪਾਂ ਕਿਸੇ ਪੁਆਇੰਟ ਦੀ ਵੈਲੋਸਿਟੀ ਫਾਈਂਡ ਕਰਨੀ ਆ ਤਾਂ ਆਪਾਂ ਕੀ ਕਰਦੇ ਹੁੰਦੇ ਆ ਵੀ ਟੈਂਜੈਂਟ ਡਰਾ ਕਰਦੇ ਹੁੰਦੇ ਹਨਾ। ਤਾਂ ਮੈਂ ਟੈਂਜੈਂਟ ਡਰਾ ਕੀਤੀ ਆਹ ਵਾਲੀ, ਇਹ ਕੀ ਹੈ ਮੇਰੀ ਵੈਲੋਸਿਟੀ ਆ ਫਾਈਂਡ ਕਰਨੀ ਹੈ ਮੈਂ ਇਸ ਪੁਆਇੰਟ ਦੇ ਉੱਪਰ ਪੀ ਦੇ ਉੱਪਰ ਕੀ ਵੈਲੋਸਿਟੀ ਹੋਵੇਗੀ। ਤਾਂ ਮੈਂ ਹੁਣ ਦੇਖੋ ਆਪਾਂ ਪੜਿਆ ਹੋਇਆ ਕਿ ਵੈਲੋਸਿਟੀ ਇਜ਼ ਅ ਵੈਕਟਰ ਕੁਆਂਟੀਟੀ। ਜਦੋਂ ਵੈਕਟਰ ਕੁਆਂਟੀਟੀ ਹੁੰਦੀ ਆ then we can resolve it into their two component। ਕਿਹੜੇ ਕਿਹੜੇ ਹੁੰਦੇ ਆ ਵੀ, ਇੱਕ ਆਉਂਦਾ ਹੁੰਦਾ ਆਪਣਾ along x axis, ਆ ਕਹਿ ਲਓ u ਸੌਰੀ vx ਆ ਗਿਆ ਹਨਾ। ਆ ਗਿਆ along ਕਹਿ ਲਓ ਇਹਨੂੰ y axis, ਇਹ ਆ ਗਿਆ vy। ਠੀਕ ਹੈ, ਹੁਣ ਆਪਾਂ ਨੇ v ਪਤਾ ਕਰਨਾ ਹੈ। ਮੈਂ ਜਦੋਂ ਤੁਹਾਨੂੰ ਰੈਕਟੈਂਗੂਲਰ ਕੰਪੋਨੈਂਟ ਕਰਾਇਆ ਸੀ ਉਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਰੈਕਟੈਂਗੂਲਰ ਕੰਪੋਨੈਂਟ ਹੁੰਦਾ ਹੈ ਉਹਦਾ ਜਿਹੜਾ ਮੈਗਨੀਟਿਊਡ ਹੁੰਦਾ ਕਿਸੇ ਵੈਕਟਰ ਦਾ ਉਹ ਕਿਹਦੇ ਬਰਾਬਰ ਹੁੰਦਾ ਹੈ। ਆਹ ਦੇਖੋ ਉਹ ਬਰਾਬਰ ਹੁੰਦਾ ਹੈ
v ਇਜ਼ ਇਕੁਅਲ ਟੂ ਉਹਦਾ x ਕੰਪੋਨੈਂਟ ਪਲੱਸ y ਕੰਪੋਨੈਂਟ ਦਾ ਸਕੇਅਰ ਦਾ ਕੀ ਕਰ ਦੋ, ਅੰਡਰ ਰੂਟ ਪਾ ਦੋ, ਹਨਾ। ਇੱਥੋਂ ਕੀ ਆ ਗਿਆ, v ਇਜ਼ ਇਕੁਅਲ ਟੂ vx ਸਕੇਅਰ ਪਲੱਸ vy ਸਕੇਅਰ ਦਾ ਸਕੇਅਰ ਰੂਟ। ਹੁਣ ਜਦੋਂ ਅਲੋਂਗ x ਐਕਸਿਸ ਦੀ ਗੱਲ ਕਰਦੇ ਆ, ਜਦੋਂ ਹੌਰੀਜ਼ੌਂਟਲ ਕਰਦੇ ਆ, ਤਾਂ ਵੈਲੋਸਿਟੀ ਆਪਾਂ ਨੇ u ਲਈ ਹੋਈ ਆ, ਹਨਾ। ਇਹ vx ਦੀ ਵੈਲਿਊ ਫਾਈਂਡ ਹੋ ਗਈ ਆਪਣੀ। ਹੁਣ ਜੇ ਇਹਦੀ ਗੱਲ vy ਫਾਈਂਡ ਕਰਨਾ ਹੈ, ਤਾਂ ਉਹਦੇ ਵਾਸਤੇ ਮੈਂ ਫਸਟ ਇਕੁਏਸ਼ਨ ਮੋਸ਼ਨ ਵਰਤੀ। v ਕਿਹੜੀ ਹੁੰਦੀ ਹੈ ਫਸਟ ਇਕੁਏਸ਼ਨ, v ਇਜ਼ ਇਕੁਅਲ ਟੂ u ਪਲੱਸ at, ਇਹੀ ਹੁੰਦੀ ਹੈ ਵੀ, ਹਨਾ। y ਐਕਸਿਸ ਦੇ ਅਲੋਂਗ ਕਰਨਾ ਹੈ, ਤਾਂ ਇੱਥੇ ਕੀ ਲਿਖਤਾ ਮੈਂ, yx vy is equal to initial velocity uy plus ਹਾਫ ਨਹੀਂ ਪਲੱਸ ay into t। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਕਿ ਇਨੀਸ਼ੀਅਲੀ ਜਿਹੜੀ ਵਰਟੀਕਲ ਆ ਉਹਦੀ ਵੈਲੋਸਿਟੀ ਕੀ ਹੁੰਦੀ ਆ, 0 ਹੁੰਦੀ ਆ, ਤਾਂ uy ਕੀ ਆ ਗਿਆ, 0 ਆ ਗਿਆ। ਤੇ ਐਕਸਲੇਸ਼ਨ ਅਲੋਂਗ y ਐਕਸਿਸ ਉਹ ਕਿਹਦੇ ਬਰਾਬਰ ਹੁੰਦੀ ਆ, ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੇ, g ਦੇ। ਵੈਲਿਊ ਪੁੱਟ ਕਰਨ ਤੋਂ ਬਾਅਦ ਆ ਮੇਰੇ ਕੋਲ ਵੈਲਿਊ ਆ ਗਈ vy ਦੀ gt, ਤੇ ਆ ਆਈ ਸੀ ਆਪਣੀ vx ਦੀ। ਇਹਨੂੰ ਮੈਂ ਇਸ ਇਕੁਏਸ਼ਨ ਦੇ ਵਿੱਚ ਦੁਬਾਰਾ ਪੁੱਟ ਕਰਾਂਗਾ। ਪੁੱਟ ਕਰਨ ਤੋਂ ਬਾਅਦ ਮੇਰੇ ਕੋਲ ਜਿਹੜੀ ਆਹ ਆਏਗੀ, ਇਹ ਵੈਲੋਸਿਟੀ ਹੋਵੇਗੀ ਐਟ ਐਨੀ ਪੁਆਇੰਟ ਉਸ ਪ੍ਰੋਜੈਕਟਾਈਲ ਦੇ ਉੱਪਰ। ਤੋ ਇਹਦੇ ਵਿੱਚ ਤੁਸੀਂ ਇਹਨਾਂ ਸਾਰਾ ਰਿਵਾਈਜ਼ ਕਰਨਾ ਹੈ, ਇੰਪੋਰਟੈਂਟ ਟੌਪਿਕ ਹੈ ਇਹ ਆਪਾਂ ਨੇ ਪੜ੍ਹਿਆ ਹੌਰੀਜ਼ੌਂਟਲ ਪ੍ਰੋਜੈਕਸ਼ਨ। ਕੱਲ ਨੂੰ ਇੱਕ ਹੋਰ ਕਰਾਊਂਗਾ ਵੀ, ਉਹ ਵੀ ਇੰਪੋਰਟੈਂਟ ਆ, ਇਹਦਾ ਜਿਹੜਾ ਨੈਕਸਟ ਪਾਰਟ ਆ ਪ੍ਰੋਜੈਕਸ਼ਨ ਦਾ। ਸੋ ਅੱਜ ਤੁਸੀਂ ਆ ਸਾਰਾ ਰਿਵਾਈਜ਼ ਕਰਨਾ, ਕੱਲ ਕਰਾਂਗੇ ਆਪਾਂ। ਓਕੇ ਬਾਏ।